अस्सलाम वालेकुम जी, सब दा वाम वेलकम साढ़े चैनल ते। एक भाई ने भी सवाल किया सी कि हुण अग्गों रोमानिया का की मुस्तकबिल होवेगा शिंगन विच एंट्री दा। यूरोपीयन यूनियन दा शिंगन इनलार्जमेंट प्रोग्राम है, ਉਹਦੇ ਵਿੱਚ ਜਿਹਦੇ ਵਿੱਚ ਦਸੰਬਰ ਦੇ ਵਿੱਚ 8 ਦਸੰਬਰ ਨੂੰ ਵੋਟਿੰਗ ਹੋਈ ਸੀ, ਉਹ ਜਿਹਦੇ ਵਿੱਚ ਆਸਟਰੀਆ ਨੇ ਇਹਨਾਂ ਦੇ ਦੋਨਾਂ ਦੇ ਖਿਲਾਫ ਵੋਟ ਦੇ ਦਿੱਤਾ ਸੀ। ਤੇ ਕਿਆ ਫਰਵਰੀ 'ਚ ਦੁਬਾਰਾ ਚਾਂਸਿਸ ਹੈ ਨੇ ਜਾਂ ਨਹੀਂ ਹੈ ਨਾ। ਦੇਖੋ ਜੀ, ਹੁਣ ਮੈਂ ਤੁਹਾਨੂੰ ਨਾ ਇਹਨਾਂ ਚੀਜ਼ਾਂ ਨੂੰ ਦੋ ਚੀਜ਼ਾਂ 'ਚ ਐਨਾਲਾਈਜ਼ ਕਰਕੇ ਦੱਸਣਾ। ਭਾਈ ਵੀ ਕਹਿ ਰਹੇ ਸੀ ਕਿ ਅਥੈਂਟਿਕ ਖਬਰ ਦਾ ਵੀ ਨਾ ਕੋਈ ਚੀਜ਼ ਹੈ ਕਲੀਅਰ ਹੈ ਕਿ ਨਹੀਂ, ਕਿ ਫਰਵਰੀ 'ਚ ਰੌਲਾ ਪਿਆ ਕਿ ਦੁਬਾਰਾ ਸ਼ਿੰਗਨ 'ਚ ਐਂਟਰੀ ਹੋ ਜਾਏਗੀ ਜਾਂ ਨਹੀਂ ਹੋਵੇਗੀ ਨਾ। ਐਕਚੁਅਲੀ ਜਿਹੜਾ ਨਾ ਰੋਮਾਨੀਆ ਔਰ ਬੁਲਗਾਰੀਆ ਜਿਹੜੇ ਨੇ ਉਹ ਲੈ ਕੇ ਜਾ ਰਹੇ ਨੇ ਇਸ ਮਾਮਲੇ ਨੂੰ ਆਸਟਰੀਆ ਦੇ ਖਿਲਾਫ ਯੂਰਪੀਅਨ ਕਮਿਸ਼ਨ ਦੇ ਵਿੱਚ, ਕੋਰਟ ਆਫ ਜਸਟਿਸ ਦੇ ਵਿੱਚ ਹੈ, ਜਿਹਦੇ ਵਿੱਚ ਉਹ ਇਸ ਚੀਜ਼ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਹਨ। ਕਿਉਂਕਿ ਆਸਟਰੀਆ ਦੇ ਮਿਨਿਸਟਰ ਨੇ ਦੋ ਮੁਲਕਾਂ ਨੂੰ ਬਲਾਕ ਕੀਤਾ ਸੀ। ਉਹਨਾਂ ਦਾ ਵੀ ਇਲਜ਼ਾਮ ਇਹ ਸੀ ਕਿ 75,000 ਬੰਦਾ ਸਾਡੇ ਮੁਲਕ 'ਚ ਪਹਿਲੇ ਹੀ ਬੈਠੇ ਹੈ ਅਤੇ ਉਹ ਇਹਨਾਂ ਮੁਲਕਾਂ ਦੀ ਵਜ੍ਹਾ ਤੋਂ ਬੈਠਿਆ ਹੈ ਵੇ। ਅਤੇ ਜਿਹਦੇ ਵਿੱਚ ਰੋਮਾਨੀਆ ਅਤੇ ਬੁਲਗਾਰੀਆ ਨੇ ਫਿਰ ਫੈਸਲਾ ਕੀਤਾ ਸੀ ਕਿ ਉਹਨਾਂ ਕਿਹਾ ਸੀ ਕਿ ਯੂਰਪੀ ਕਮਿਸ਼ਨ ਦੀ ਸ਼ਿੰਗਨ ਮੈਂਬਰ ਦੀ ਲੀਗਲ ਓਬਲੀਗੇਸ਼ਨ ਸੀ ਹੈ, ਅਤੇ EU ਕਮਿਸ਼ਨਰ ਦੇ ਜਿਹੜੇ ਇੰਟਰਨਲ ਅਫੇਅਰਸ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਮੁਦਾਖਲਤ ਕਰਨੀ ਚਾਹੀਦੀ ਹੈ, ਕਿਉਂਕਿ ਇਹ ਯੂਰਪੀ ਯੂਨੀਅਨ ਦੀ ਬਹੁਤ ਵੱਡੀ ਨਾਕਾਮੀ ਸੀ। ਹੁਣ ਦੂਸਰੀ ਜਿਹੜੀ ਚੀਜ਼ ਇੰਪੋਰਟੈਂਟ ਉਹ ਇਹ ਵੇ ਕਿ ਪਹਿਲੇ ਤਾਂ ਇਹਨੂੰ EU ਕਮਿਸ਼ਨ 'ਚ ਲੈ ਕੇ ਜਾ ਰਹੇ ਨੇ। ਦੂਸਰੀ ਚੀਜ਼ ਇਹ ਵੇ ਕਿ ਹੁਣ ਇਹਨਾਂ ਦੀ ਇਜਲਾਸ ਹੋਇਆ ਸੀ, ਜਿਹਦੇ ਵਿੱਚ ਰੋਮਾਨੀਅਨ ਪ੍ਰੈਜ਼ੀਡੈਂਟ ਦਾ ਬਿਆਨ ਆਇਆ। ਉਹਨੇ ਕਿਹਾ ਕਿ ਮੈਂ ਗੱਲ ਕੀਤੀ ਹੈ, ਅਸੀਂ ਗੁੱਡ ਡਿਸਕਸ਼ਨ ਕੀਤੀ ਹੈ। ਇਸ ਤੋਂ ਇਲਾਵਾ 2 ਦਿਨਾਂ ਦਰਮਿਆਨ ਮੈਂ ਸਾਰੇ ਮੁਲਕਾਂ ਦੇ ਲੀਡਰ ਨਾਲ ਬੈਠਿਆ ਸੀ। ਮੈਂ ਉਸ ਚੀਜ਼ ਦਾ ਫਾਇਦਾ ਉਠਾਇਆ ਔਰ ਸ਼ਿੰਗਨ ਦੇ ਉੱਤੇ ਸਭ ਨਾਲ ਗੱਲ ਕੀਤੀ ਹੈ। ਅਤੇ ਰੋਮਾਨੀਆ ਚਾਹੁੰਦਾ ਹੈ ਕਿ 2023 ਦੇ ਵਿੱਚ ਪੋਜ਼ੀਟਿਵ ਸੋਲੂਸ਼ਨ ਹੋਵੇ ਰੋਮਾਨੀਆ ਵਾਸਤੇ ਹੈ। ਇਹ ਜਿਹੜੀ ਲਾਈਨ ਹੈ ਇਹ ਬਹੁਤ ਅੱਛੀ ਔਰ ਵੱਡੀ ਲਾਈਨ ਨੇ ਬੋਲੀ ਹੈ ਕਿ 2023 ਦੇ ਵਿੱਚ ਰੋਮਾਨੀਆ ਵਾਸਤੇ ਪੋਜ਼ੀਟਿਵ ਸੋਲੂਸ਼ਨ ਹੋਣਾ ਚਾਹੀਦਾ। ਉਹਨੇ ਕਿਹਾ ਕਿ ਜਿਤਨੇ ਵੀ ਵੱਡੇ ਨੇ ਐਕਟਰਸ ਨੇ ਜਿਹੜੇ ਯੂਰਪੀ ਯੂਨੀਅਨ 'ਤੇ ਫੈਸਲੇ ਕਰਦੇ ਨੇ ਹੈ, ਉਹਨਾਂ ਨੂੰ ਮਿਲ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ। ਔਰ ਮੈਂ ਬੜਾ ਉਮੀਦ ਹਾਂ ਕਿ ਇਸ ਮਸਲੇ ਨੂੰ 2023 ਦੇ ਅੰਦਰ ਦੇਖੋ ਉਹਨੇ ਗੱਲ ਕੀਤੀ ਕਿ ਇਨ ਦਾ ਕੋਰਸ ਆਫ 2023 ਵਿਦ ਪੋਜ਼ੀਟਿਵ ਰਿਜ਼ਲਟ, ਕਿ ਬੁਲਗਾਰੀਆ ਔਰ ਰੋਮਾਨੀਆ ਨੂੰ ਮੈਂਬਰਸ਼ਿਪ ਮਿਲਣੀ ਚਾਹੀਦੀ ਹੈ। ਹੁਣ ਫਰਵਰੀ ਦੇ ਉਹਨਾਂ ਨੇ ਕੋਈ ਕਲੀਅਰ ਗੱਲ ਨਹੀਂ ਕੀਤੀ ਹੈ ਕਿ ਫਰਵਰੀ 'ਚ ਮਿਲੇਗੀ, ਲੇਕਿਨ ਉਹ ਪੂਰਾ ਜ਼ੋਰ ਲਾ ਰਹੇ ਨੇ ਹੈ। ਉਹਨੇ ਕਿਹਾ ਕਿ ਮੈਂ ਪੇਸ਼ ਕੀਤੀ ਇੱਕ ਕੋਸ਼ਿਸ਼ ਕੀਤੀ ਕਿ ਰੋਮਾਨੀਆ ਜਿਹੜਾ ਹੈ ਸਾਰੇ ਪੁਆਇੰਟਾਂ ਤੋਂ ਤਿਆਰ ਹੈ ਸ਼ਿੰਗਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਹੈ। ਮੈਂ ਇਹ ਵੀ ਉਹਨਾਂ ਨੂੰ ਕਲੀਅਰ ਕੀਤਾ ਹੈ ਕਿ ਯੂਕਰੇਨ ਜੰਗ ਦੇ ਦੌਰਾਨ ਰੋਮਾਨੀਆ ਨੇ ਜਿਹੜੀ ਪ੍ਰੋਬਲਮ ਫੇਸ ਕੀਤੀ, ਉਹ ਜਿਸ ਤਰ੍ਹਾਂ ਉਸਨੇ ਸਪੋਰਟ ਕੀਤਾ, ਉਹਨੇ ਕਿਹਾ ਕਿ ਅਸੀਂ ਫਸਟ ਲਾਈਨ ਕੰਟਰੀਆਂ ਮਾਈਗਰੈਂਟਸ ਦੇ, ਯਾਨੀ ਕਿ ਜਿਤਨੇ ਵੀ ਲੋਕ ਇਲੀਗਲ ਆਉਂਦੇ ਪਏ ਨੇ, ਅਸੀਂ ਪਹਿਲਾ ਮੁਲਕ ਹਾਂ, ਫਿਰ ਬੰਦੇ ਤਾਂ ਇੱਥੋਂ ਨਿਕਲਣਗੇ ਹੈ, ਲੇਕਿਨ ਅਸੀਂ ਇਸ ਦੇ ਬਾਵਜੂਦ ਮਾਈਗ੍ਰੇਸ਼ਨ ਨੂੰ ਕੰਟਰੋਲ ਕੀਤਾ ਹੈ ਔਰ ਅਸੀਂ ਬੜੇ ਅੱਛੇ ਰਿਜ਼ਲਟ ਲਏ ਨੇ ਹੈ। ਨਾਲ ਜਿਹੜੀ ਸਭ ਤੋਂ ਵੱਡੀ ਗੱਲ ਉਹਨੇ ਕਿਹਾ ਕਿ ਇਹ ਸਾਰੀਆਂ ਗੱਲਾਂ ਮੈਂ ਕੀਤੀਆਂ ਨੇ ਔਰ ਅੱਛੀ ਬਾਤ ਹੈ ਕਿ ਮੇਰੀ ਇਹਨਾਂ ਸਾਰੇ ਪੁਆਇੰਟ 'ਤੇ ਪੂਰੇ ਸ਼ਿੰਗਨ ਮੈਂਬਰ 'ਚੋਂ ਕਿਸੇ ਬੰਦੇ ਨੇ ਮੁਖਾਲਫਤ ਨਹੀਂ ਕੀਤੀ ਹੈ। ਉਹਨੇ ਕਿਹਾ ਕਿ 2 ਮਸਾਇਲ ਨੇ ਸਾਡੇ ਸਾਹਮਣੇ ਹੈ, ਇੱਕ ਕਿ ਆਸਟਰੀਆ ਦਾ ਵੋਟ ਰੋਮਾਨੀਆ ਬੁਲਗਾਰੀਆ ਦੇ ਖਿਲਾਫ, ਅਤੇ ਦੂਸਰਾ ਹਾਲੈਂਡ ਦਾ ਵੋਟ ਜਿਹੜਾ ਮਿਕਸਡ ਵੋਟ ਹੈ ਬੁਲਗਾਰੀਆ ਦੇ ਖਿਲਾਫ ਹੈ। ਉਹ ਕਹਿੰਦਾ ਕਿ ਇਹ ਦੋਵੇਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਹੱਲ ਕਰਨ ਦੀ ਲੋੜ ਹੈ ਵੇ ਹੈ। ਔਰ ਸਾਰੀ ਡਿਸਕਸ਼ਨ ਤੋਂ ਬਾਅਦ ਮੈਂ ਜਿਹੜੇ ਫੈਸਲੇ ਤੇ ਪਹੁੰਚਿਆ ਕਿ ਇਸ ਦਫਾ ਯੂਰਪੀ ਯੂਨੀਅਨ ਨੂੰ ਮਜ਼ੀਦ ਗਹਿਰੀ ਤਿਆਰੀ ਤੋਂ ਬਾਅਦ, ਮਜ਼ੀਦ ਵੱਡੀ ਤਿਆਰੀ ਤੋਂ ਬਾਅਦ ਜਾਣਾ ਪਵੇਗਾ ਹੈ ਔਰ ਇੱਕ ਵੱਡਾ ਹੱਲ ਕਰਨਾ ਪਵੇਗਾ ਹੈ। ਅਸੀਂ ਰੋਮਾਨੀਅਨ ਜਿਹੜੇ ਹਾਂ 2023 'ਚ ਕੋਈ ਪੋਜ਼ੀਟਿਵ ਸੋਲੂਸ਼ਨ ਇਸ ਦਾ ਚਾਹੁੰਦੇ ਹਾਂ। ਹੁਣ ਇਹਦੇ ਵਿੱਚ 2 ਵੱਡੀਆਂ ਚੀਜ਼ਾਂ ਹੋਈਆਂ ਨੇ। ਉਸ ਤੋਂ ਪਹਿਲੇ ਕਿ ਮੈਂ ਉਹ ਤੁਹਾਨੂੰ ਦੱਸਾਂ, ਰੋਮਾਨੀਆ ਦੇ ਪ੍ਰੈਜ਼ੀਡੈਂਟ ਨੇ ਇੱਕ ਹੋਰ ਬੜੀ ਵੱਡੀ ਗੱਲ ਕਹੀ ਹੈ। ਉਹ ਕਹਿੰਦਾ ਕਿ ਅਸੀਂ ਕਹਾਣੀਆਂ ਨਾਲ ਨਹੀਂ ਆਏ ਆ ਜਿਹੜੀਆਂ ਸੱਚੀਆਂ ਨਾ ਹੋਣ, ਅਸੀਂ ਅਥੈਂਟਿਕ ਇਨਫੋਰਮੇਸ਼ਨ ਦੇ ਨਾਲ ਆਏ ਹਾਂ ਔਰ ਉਹਨਾਂ ਰਾਏ ਦੇ ਨਾਲ ਆਏ ਹਾਂ ਜਿਹੜੀਆਂ ਅਸੀਂ ਬਣਾਈਆਂ ਨੇ, ਜਿਹੜਾ ਅਸੀਂ ਗਰਾਊਂਡ 'ਤੇ ਕੰਮ ਕੀਤਾ ਹੈ। ਹੁਣ ਸਭ ਤੋਂ ਇੰਪੋਰਟੈਂਟ ਬਾਤ ਹੈ ਵੇ ਕਿ ਇਹ JHA ਕੌਂਸਲ ਵਿੱਚ ਮਸਲਾ ਇਹ ਜਾ ਰਿਹਾ ਹੈ। ਹੁਣ JHA ਕੌਂਸਲ 'ਚ ਮਸਲਾ ਉਦੋਂ ਜਾਵੇਗਾ ਜਦੋਂ
ਡੱਚ ਜਿਹੜੇ ਨੇ ਜਰਮਨ ਵਾਲੇ ਉਹ ਕਲੈਰੀਫਿਕੇਸ਼ਨ ਰਿਸੀਵ ਕਰਨਗੇ ਔਰ ਆਸਟਰੀਅਨ ਵੋਟ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਫਿਰ ਇਮੀਡੀਏਟਲੀ ਉਸੇ ਟਾਈਮ ਜਿਹੜਾ ਮਸਲਾ JHA ਕੌਂਸਲ 'ਚ ਚਲਾ ਜਾਏਗਾ। ਉਹਦੇ ਵਿੱਚ ਪਹਿਲਾ ਉਹ ਕੰਮ ਕਹਿੰਦਾ ਅਸੀਂ ਇਹ ਕੀਤਾ ਕਿ ਅਸੀਂ ਸਵੀਡਨ ਦੇ ਨਾਲ ਗੱਲ ਕੀਤੀ, ਕਿਉਂਕਿ ਸਵੀਡਨ ਵੀ ਅੰਦਰੋਂ ਅੰਦਰ ਜਿਹੜਾ ਉਹਦੀ ਕੋਸ਼ਿਸ਼ ਸੀ ਕਿ ਇਸ ਦੇ ਖਿਲਾਫ ਵੋਟ ਦੇ ਹੈ, ਲੇਕਿਨ ਉਹਨਾਂ ਸਾਡੇ ਨਾਲ ਕਨਫਰਮ ਕਮਿਟਮੈਂਟ ਨਹੀਂ ਕੀਤੀ। ਲੇਕਿਨ ਸਭ ਡਿਪੈਂਡ ਕਰ ਰਿਹਾ ਆਸਟਰੀਅਨ ਵੋਟ ਦੇ ਉੱਤੇ ਕਿ ਆਸਟਰੀਅਨ ਵੋਟ ਕਿੱਧਰ ਜਾਏਗਾ। ਔਰ ਸਭ ਤੋਂ ਵੱਡੀ ਗੱਲ ਇਸ ਤੋਂ ਇਲਾਵਾ ਉਸਨੇ ਬੜੀ ਵੱਡੀ ਗੱਲ ਕੀ ਹੈ ਕਿ ਉਹਨੇ ਕਿਹਾ ਕਿ ਪੂਰੇ ਯੂਰਪੀ ਯੂਨੀਅਨ 'ਚ ਕਿਸੇ ਮੁਲਕ ਦੇ ਵੀ ਇੰਟਰਸਟ ਨਹੀਂ ਹੈ, ਕਿਸੇ ਮੁਲਕ ਦੇ ਵੀ ਫਾਇਦੇ ਵਿੱਚ ਨਹੀਂ ਹੈ ਕਿ ਇਹ ਮਸਲਾ ਜਿਹੜਾ ਦੁਬਾਰਾ ਫਿਰ ਇੰਝ ਹੀ ਹੱਲ ਹੋਵੇ, ਯਾਨੀ ਕਿ ਅਸੀਂ ਸ਼ਿੰਗਨ 'ਚ ਨਾ ਸ਼ਾਮਲ ਹੋਈਏ। ਇਹ ਕਿਸੇ ਮੁਲਕ ਦੇ ਮਫਾਦ ਵਿੱਚ ਨਹੀਂ ਹੈ। ਔਰ ਦੂਸਰੀ ਵੱਡੀ ਜਿਹੜੀ ਗੱਲ ਆਸਟਰੀਆ ਦੀ ਸੀ ਹੈ ਤੇ ਆਸਟਰੀਆ ਦੇ ਜਿਹੜੇ ਚਾਂਸਲਰ ਹੈ ਉਸਨੇ ਬਿਆਨ ਦਿੱਤਾ ਹੈ, ਉਸਨੇ EU ਨੂੰ ਦੇ ਵਿੱਚ ਬਿਆਨ ਦਿੱਤਾ ਹੈ ਕਿ ਬੁਲਗਾਰੀਆ ਔਰ ਤੁਰਕੀ ਦੇ ਬਾਰਡਰ ਉੱਤੇ ਯਾਨੀ ਕਿ ਤਾਰਾਂ ਵੱਡੀਆਂ ਲਾਈਆਂ ਜਾਣ ਹੈ, ਬਿਗ ਫੈਂਸਿਸ ਜਿਹਨੂੰ ਇੰਗਲਿਸ਼ 'ਚ ਕਹਿੰਦੇ ਨੇ ਉਹ ਲਾਏ ਜਾਣ ਹੈ। ਔਰ ਨਾਲ ਉਹਨੇ ਇਹ ਕਿਹਾ ਕਿ ਇਹ ਜਿਹੜੇ ਤਾਰਾਂ ਦੇ ਪੈਸੇ ਲੱਗਣਗੇ ਇਹ ਯੂਰਪੀ ਯੂਨੀਅਨ ਜਿਹੜੀ ਹੈ ਬੁਲਗਾਰੀਆ ਨੂੰ ਦੇਵੇਗੀ ਹੈ। ਔਰ ਉਹਨੇ ਕਿਹਾ ਕਿ ਆਸਟਰੀਆ ਦੀ ਜਿਹੜੀ ਪੋਜੀਸ਼ਨ ਸੀ ਇਹ ਬੁਲਗਾਰੀਆ ਔਰ ਰੋਮਾਨੀਆ ਨੂੰ ਸਪੋਰਟ ਕਰਨ ਵਾਸਤੇ ਸੀ, ਇਹਦਾ ਇਹ ਨਹੀਂ ਸੀ ਮਤਲਬ ਕਿ ਇੱਕ ਮੁਲਕ ਦੂਸਰੇ ਮੁਲਕ ਦੇ ਖਿਲਾਫ ਚਲਾ ਜਾਏ ਹੈ। ਕਿ ਉਹਨੇ ਕਿਹਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਸਟਰੀਆ ਦੇ ਵਿੱਚ ਪਹਿਲੇ ਹੀ 75,000 ਇਲੀਗਲ ਬੰਦਾ ਬੈਠਿਆ ਹੈ ਔਰ ਆਸਟਰੀਅਨ ਪੁਲਿਸ ਜਿਹੜੀ ਹੈ ਉਸ ਨੂੰ ਇਨਵੈਸਟੀਗੇਟ ਕਰ ਰਹੀ ਹੈ ਕਿ 20,000 ਬੰਦਾ ਜਿਹੜਾ ਹੈ ਉਹ ਰੋਮਾਨੀਆ ਦੇ ਥਰੂ ਆਇਆ ਹੈ। ਲੇਕਿਨ ਤੁਸੀਂ ਯਾਦ ਰੱਖੋ ਇਸ ਤੋਂ ਪਹਿਲੇ 75,000 ਹੀ ਇਹਨਾਂ 'ਤੇ ਪਾ ਦਿੱਤਾ ਸੀ। ਹੁਣ ਇਹ ਸਾਰੀ ਗੱਲ ਤੋਂ ਬਾਅਦ ਇੱਕ ਚੀਜ਼ ਤਾਂ ਚਲੋ ਸਾਹਮਣੇ ਇਹ ਆਈ ਹੈ ਕਿ ਯਾਨੀ ਕਿ ਆਸਟਰੀਆ ਵੀ ਹੁਣ ਰਾਜ਼ੀ ਹੋ ਰਿਹਾ ਹੈ। ਹੁਣ ਇਹ ਨਹੀਂ ਕਿਹਾ ਜਾ ਰਿਹਾ ਕਿ ਫਰਵਰੀ ਵਿੱਚ ਹੀ JHA ਕੌਂਸਲ 'ਚ ਮਾਮਲਾ ਚਲਾ ਜਾਏਗਾ ਔਰ ਇਸ ਦਾ ਹੱਲ ਹੋ ਜਾਏਗਾ, ਲੇਕਿਨ ਆਸਟਰੀਆ ਵੀ ਹੁਣ ਇਸ ਪੁਆਇੰਟ 'ਤੇ ਆ ਗਿਆ ਕਿ ਅਗਰ ਤਾਰਾਂ ਲੱਗ ਜਾਣ ਤੁਰਕੀ ਅਤੇ ਬੁਲਗਾਰੀਆ ਦੇ ਬਾਰਡਰ 'ਤੇ ਤਾਂ ਫਿਰ ਉਹ ਵੀ ਕਿਸੇ ਹੱਦ ਤੱਕ ਆਪਣਾ ਵੋਟ ਜਿਹੜਾ ਪੋਜ਼ੀਟਿਵ 'ਚ ਜਾ ਸਕਦਾ ਹੈ। ਔਰ ਰੋਮਾਨੀਆ ਬਹੁਤ ਹਾਰਡਲੀ ਕੋਸ਼ਿਸ਼ ਕਰ ਰਿਹਾ ਕਿ ਹਰ ਹਾਲ ਵਿੱਚ 2023 ਦੇ ਵਿੱਚ ਜ਼ਰੂਰ ਸ਼ਾਮਲ ਹੋਵੇ ਹੈ। ਬਾਕੀ ਬੈਸਟ ਆਫ ਲੱਕ ਰੋਮਾਨੀਆ ਵਾਸਤੇ ਸਾਡੀਆਂ ਦੁਆਵਾਂ ਨੇ। ਜਿਹੜੇ ਲੋਕ ਰੋਮਾਨੀਆ 'ਚ ਰਹਿੰਦੇ ਨੇ ਉਹ ਰੋਮਾਨੀਆ ਜ਼ਰੂਰ ਸ਼ਿੰਗਨ ਦੇ ਵਿੱਚ ਸ਼ਾਮਲ ਹੋਵੇ। ਲੇਕਿਨ ਮੇਰਾ ਐਨਾਲਿਸਿਸ ਇਹ ਹੈ ਕਿ ਬਹੁਤ ਜ਼ਿਆਦਾ ਉਮੀਦਾਂ ਹਨ ਕਿਉਂਕਿ ਆਸਟਰੀਆ ਦਾ ਇਹ ਪੰਗਾ ਸੀ ਔਰ ਉਹ ਵੀ ਜਿਹੜਾ ਅਗਰ ਤਾਰਾਂ ਲੱਗ ਗਈਆਂ ਬਾਰਡਰ ਉੱਤੇ ਤਾਂ ਹੱਲ ਹੋ ਜਾਣਾ ਹੈ। ਹੁਣ ਮਾਮਲਾ ਦੁਬਾਰਾ ਏਜੰਡੇ 'ਤੇ ਆਉਣਾ ਉਦੋਂ ਤੱਕ ਇਹਨਾਂ ਨੇ ਸਾਰੇ ਮਾਮਲਾਤ ਇਸ ਦੇ ਉੱਤੇ ਹੱਲ ਕਰਨੇ ਨੇ। ਬਾਕੀ ਜਿੱਥੇ ਵੀ ਆ ਵਜੀਮ ਦੇ ਵਸਤੇ ਰਹੋ। ਅੱਲਾ।